ਪਰਾਂ ਦੀ ਗੱਲ ਹੋਈ ਆ। ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਵੀ ਆਹ ਹੋ ਜਾਊਗਾ ਤੇ ਅਸੀਂ ਇੱਕ ਰਾਜਧਾਨੀ ਨੂੰ ਘੇਰ ਕੇ ਬਹਿ ਜਾਾਂਗੇ, ਹਨਾ। ਨਹੀਂ ਦੇਖੋ, ਰਣਨੀਤੀ ਇਕੱਲਾ ਇੱਕ ਹੀ 'ਚ ਨਹੀਂ, ਰਣਨੀਤੀ ਤਾਂ ਤੁਹਾਨੂੰ ਸਮੇਂ-ਸਮੇਂ ਤੇ ਬਦਲਣੀ ਪੈਂਦੀ ਆ, ਕਿਉਂਕਿ ਅਸੀਂ ਬੈਠੇ ਜੰਗ 'ਚ। ਅਸੀਂ ਇੱਥੇ ਇੰਜੋਏ ਕਰਨ ਨਹੀਂ ਆਏ, ਅਸੀਂ ਇੱਕ ਬਹੁਤ ਵੱਡਾ ਇਤਿਹਾਸਿਕ ਵਰਤਾਰਾ ਜਿਹੜਾ ਉਹਦੀ ਅਗਵਾਈ ਕਰ ਰਹੇ ਹਾਂ, ਉਹਦੇ 'ਚ ਸ਼ਮੂਲੀਅਤ ਦੇ ਰਹੇ ਹਾਂ ਆਪਦੀ, ਤੇ ਇਹਨੇ ਕੱਲ੍ਹ ਨੂੰ ਇਤਿਹਾਸ ਸਿਰਜਣਾ। ਜਦੋਂ ਅਸੀਂ ਸਾਡਾ ਮਕਸਦ ਸਾਂਝਾ, ਸਾਡਾ ਦੁਸ਼ਮਣ ਇੱਕ ਆ, ਦਿੱਲੀ ਨਾਲ ਲੜਾਈ ਲੜ ਰਹੇ ਹਾਂ, ਤਾਂ ਸਾਡਾ ਇੱਕਾ ਬਣਿਆ ਰਹੇ। ਜੇ ਸਾਨੂੰ ਸਾਡੀ ਜਿੱਤ ਦਿਖ ਰਹੀ ਆ ਤੇ ਉੱਥੇ ਦੀਪ ਸਿੱਧੂ ਅੱਗੇ ਨਹੀਂ ਆਉਂਦਾ ਜਾਂ ਪਿੱਛੇ ਆ, ਤਾਂ ਇਹ ਮੈਟਰ ਨਹੀਂ ਕਰਦੀ ਗੱਲ, ਹੈ ਨਾ। ਅਸੀਂ ਇੱਥੇ ਕੁਝ ਬਣਨ ਦੀਆਂ ਅਗਵਾਹੀਆਂ ਕਰਨ ਥੋੜ੍ਹੀ ਆਏ ਹਾਂ। ਸੋ ਹੁਣ ਸਾਡਾ ਪੰਜਾਬ ਆ ਜਿਹੜਾ, ਉਹਦੀ ਜਿੱਤ ਹੀ ਸਾਡਾ ਮਕਸਦ ਆ, ਤੇ ਉਹ ਪੰਜਾਬ ਦੀ ਜੇ ਜਿੱਤ ਹੋਊਗੀ, ਉੱਥੇ ਅਗਵਾਈ ਕੌਣ ਕਰ ਰਿਹਾ? ਇਮਟੀਰੀਅਲ ਆ, ਅਗਵਾਈ ਤਾਂ ਆਪ ਅਕਾਲ ਪੁਰਖ ਵਾਹਿਗੁਰੂ ਕਰ ਰਿਹਾ। ਸਤਿ ਸ਼੍ਰੀ ਅਕਾਲ, ਰੋਜ਼ਾਨਾ ਸਪੋਕਸਮੈਨ ਟੀਵੀ ਦੇਖ ਰਹੇ ਹੋ ਤੁਸੀਂ, ਤੇ 2020 ਤੋਂ ਬਾਅਦ 2021 ਦੇ ਵਿੱਚ ਪੈਰ ਧਰ ਚੁੱਕੇ ਆ। ਪਰ 20 ਦੇ ਵਿੱਚ ਸਤੰਬਰ ਦੇ ਵਿੱਚ ਸ਼ੁਰੂ ਹੋਇਆ ਕਿਸਾਨੀ ਮੋਰਚਾ, ਜੋ ਪੰਜਾਬ ਦੇ ਵਿੱਚ ਵੀ ਲਗਾਤਾਰ 2-2.5 ਮਹੀਨੇ ਲੱਗਿਆ ਰਿਹਾ, ਤੇ ਉਸ ਤੋਂ ਬਾਅਦ ਅੱਜ 2021 ਦੇ ਵਿੱਚ 39ਵਾਂ ਦਿਨ ਕਿਸਾਨੀ ਮੋਰਚੇ ਦਾ ਹੈ। ਹਾਲਾਂਕਿ ਕਿਸਾਨ ਜਥੇਬੰਦੀਆਂ ਨਵਾਂ ਸਾਲ ਨਹੀਂ ਮਨਾ ਰਹੀਆਂ ਨੇ, ਪਰ ਫਿਰ ਵੀ ਹਰ ਕੋਈ ਚਾਹੁੰਦਾ ਹੈ ਕਿ ਨਵੇਂ ਸਾਲ ਦਾ ਆਗਾਜ਼ ਜੋ ਹੈ ਉਹ ਕਿਸਾਨਾਂ ਦੇ ਨਾਲ ਕੀਤਾ ਜਾਵੇ, ਇਸ ਕਿਸਾਨੀ ਅੰਦੋਲਨ ਦੇ ਵਿੱਚ ਸ਼ਾਮਿਲ ਹੋ ਕੇ ਕੀਤਾ ਜਾਵੇ। ਸੋ ਇਸੇ ਦੇ ਤਹਿਤ ਅੱਜ ਪੰਜਾਬੀ ਪੁੱਤ ਦੀਪ ਸਿੱਧੂ, ਜੋ ਲਗਾਤਾਰ ਇਸ ਕਿਸਾਨੀ ਮੋਰਚੇ ਦੇ ਨਾਲ ਜੁੜੇ ਰਹੇ ਹਨ, ਜੇਕਰ ਸ਼ੰਭੂ ਮੋਰਚੇ ਦੀ ਗੱਲ ਕਰੀਏ ਤੇ ਅਗਵਾਈ ਵੀ ਕਰਦੇ ਰਹੇ ਹਨ, ਅਤੇ ਹਮੇਸ਼ਾ ਪੰਜਾਬੀਆਂ ਨੂੰ ਇਕਜੁੱਟ, ਕਿਸਾਨਾਂ ਨੂੰ ਇਕਜੁੱਟ ਕਰਨ ਦੀ ਗੱਲ ਕਹਿੰਦੇ ਰਹੇ ਨੇ। ਸੋ ਅੱਜ ਨਵੇਂ ਸਾਲ ਦੇ ਵਿੱਚ ਫਿਰ ਇੱਕ ਵਾਰੀ ਕਿਸਾਨੀ ਮੋਰਚੇ ਦੇ ਮੁੱਖ ਮੰਚ ਦੇ ਬਿਲਕੁਲ ਕਰੀਬ ਆਏ ਨੇ ਦੀਪ। ਸਾਰਾ ਪਿੱਛੇ ਦਾ ਮਾਹੌਲ ਦੇਖ ਕੇ ਇੱਥੇ ਪਹੁੰਚੇ ਹੋ, ਕੀ ਨੇ ਅੱਜ ਮਨ ਦੇ ਵਿੱਚ ਕੀ ਆ ਰਿਹਾ ਹੈਗਾ? ਨਵੇਂ ਸਾਲ 'ਚ ਆ ਗਏ ਹਾਂ, ਸਭ ਕੁਝ ਬਦਲ ਰਿਹਾ, ਤਰੀਕਾਂ ਬਦਲ ਰਹੀਆਂ, ਦਿਨ ਬਦਲ ਰਹੇ, 39ਵਾਂ ਦਿਨ ਚੱਲ ਰਿਹਾ, ਪਰ ਫੈਸਲੇ ਨਹੀਂ ਬਦਲੇ। ਦੇਖੋ, ਫੈਸਲੇ ਵੀ ਬਦਲਣਗੇ। ਇਹ ਜਿਹੜਾ ਐਡਾ ਵੱਡਾ ਵਰਤਾਰਾ ਵਾਪਰਿਆ ਨਾ, ਇਹ ਤਾਂ ਵਾਪਰਿਆ ਕਿਉਂਕਿ ਕਿਤੇ ਨਾ ਉਸ ਜਿਹੜਾ ਅਸੀਂ ਕਹਿ ਲਈਏ ਵੀ ਸਪਿਰਿਚੁਅਲ ਵਰਲਡ 'ਚ ਵੀ ਚੇਂਜ ਆਈ ਆ। ਉੱਥੇ ਜੇ ਚੇਂਜ ਆਈ ਆ ਤਾਂ ਉਹ ਫਿਜ਼ੀਕਲ ਵਰਲਡ 'ਚ ਚੇਂਜ ਆਈ ਆ। ਇਹਨੂੰ ਸਮਝਣ ਦੀ ਜ਼ਰੂਰਤ ਹੈ। ਇਹਨੂੰ ਕੋਈ ਮੈਨੂੰ ਵੀ, ਮੈਂ ਜੇ ਕਹਾਂ, ਮੈਂ ਕਦੇ ਵੀ ਜਿਹੜਾ ਮੈਟਾਫਿਜ਼ੀਕਲ ਐਸਪੈਕਟ ਹੈ ਨਾ, ਉਹ ਤੋਂ ਬਿਨਾਂ ਨਹੀਂ ਕਦੇ ਚੱਲਦਾ ਹੁੰਦਾ। ਮੈਨੂੰ ਹਮੇਸ਼ਾ ਹੀ ਜਿਹੜਾ ਤੁਸੀਂ ਸੰਪੂਰਨ ਵਿਸ਼ਵਾਸ ਆ ਅਕਾਲ ਪੁਰਖ ਵਾਹਿਗੁਰੂ 'ਚ, ਉਹਨਾਂ ਨੇ ਇਹ ਵਰਤਾਰਾ ਜਿਹੜਾ ਸਾਰਾ ਹੈ ਨਾ ਵਾਪਰਿਆ, ਉਹਨਾਂ ਦੀ ਅਗਵਾਈ 'ਚ ਵਾਪਰਿਆ। ਸਾਡੀਆਂ ਗਿਣਤੀਆਂ ਮਿਣਤੀਆਂ ਤੋਂ ਪਰਾਂ ਦੀ ਗੱਲ ਹੋਈ ਆ। ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਵੀ ਆਹ ਹੋ ਜਾਊਗਾ ਤੇ ਅਸੀਂ ਇੱਕ ਰਾਜਧਾਨੀ ਨੂੰ ਘੇਰ ਕੇ ਬਹਿ ਜਾਾਂਗੇ, ਹੈ ਨਾ। ਸੋ ਇਸ ਖਾਤਰ ਜਦੋਂ ਹੁਣ ਫੈਸਲਿਆਂ ਦੀ ਗੱਲ ਕਰਦੇ ਹਾਂ, ਇੱਥੇ ਵੀ ਸਾਨੂੰ ਪੂਰਨ ਗੁਰੂ 'ਚ ਵਿਸ਼ਵਾਸ ਹੋਣਾ ਚਾਹੀਦਾ, ਤੇ ਨਾਲ ਸਾਡੀ ਆਪਦੀ ਰਣਨੀਤੀ ਕੀ ਹੋਣੀ ਚਾਹੀਦੀ ਆ, ਤੇ ਅਸੀਂ ਪੋਲੀਟੀਕਲ ਡਿਪਲੋਮੈਸੀ ਜਾਂ ਟੇਬਲ 'ਤੇ ਕਿਸ ਤਰ੍ਹਾਂ ਗੱਲ ਕਰਨੀ ਆ ਜਾ ਕੇ, ਇਹ ਇੱਕ ਟੀਮ ਵਰਕ ਹੋਣਾ ਚਾਹੀਦਾ, ਤੇ ਫਿਰ ਫੈਸਲੇ ਵੀ ਹੋਣਗੇ। ਅੱਛਾ, ਜਦੋਂ ਕੋਈ ਸਾਲ ਬਦਲਦਾ ਤੇ ਹਰ ਕੋਈ ਸਾਲ ਦੇ ਨਾਲ ਆਪਣੀ ਕੋਈ ਨਾ ਕੋਈ ਆਦਤ ਬਦਲਣ ਦੀ, ਕੋਈ ਨਾ ਕੋਈ ਰਣਨੀਤੀ, ਕੁਛ ਨਾ ਕੁਛ ਜ਼ਿੰਦਗੀ 'ਚ ਬਦਲਾਵ ਲਿਆਉਣ ਦੇ ਲਈ ਸੋਚਦਾ ਹੈਗਾ। ਇਸ ਕਿਸਾਨੀ ਅੰਦੋਲਨ ਦੇ ਨਾਲ ਲਗਾਤਾਰ ਤੁਸੀਂ ਜੁੜੇ ਹੋਏ ਆ, ਔਰ 3-4 ਮਹੀਨੇ ਹੋ ਗਏ ਆ ਇਹਨਾਂ ਬਿੱਲਾਂ ਦੇ ਪਾਸ ਹੋਣ ਤੋਂ ਲੈ ਕੇ ਹਰ ਇੱਕ ਚੀਜ਼ ਦੇ ਉੱਤੇ ਨਜ਼ਰ ਰੱਖਦੇ ਹੋਏ। ਸੋ ਕੀ ਲੱਗ ਰਿਹਾ, ਰਣਨੀਤੀਆਂ ਵੀ ਬਦਲਣੀਆਂ ਪੈਣਗੀਆਂ 21 ਦੇ ਵਿੱਚ ਜਾ ਕੇ, ਕਿ ਜਾਂ ਇੱਦਾਂ ਹੀ ਕੰਮ ਚੱਲ ਜੂਗਾ? ਨਹੀਂ ਦੇਖੋ, ਰਣਨੀਤੀ ਇਕੱਲਾ ਇੱਕ ਹੀ 'ਚ ਨਹੀਂ, ਰਣਨੀਤੀ ਤਾਂ ਤੁਹਾਨੂੰ ਸਮੇਂ-ਸਮੇਂ ਤੇ ਬਦਲਣੀ ਪੈਂਦੀ ਆ, ਕਿਉਂਕਿ ਅਸੀਂ ਬੈਠੇ ਜੰਗ 'ਚ। ਜੇ ਅਸੀਂ ਜੰਗ 'ਚ ਬੈਠੇ ਹਾਂ ਤੇ ਸਾਡਾ ਜਿਹੜਾ ਦੁਸ਼ਮਣ ਆ ਉਹ ਵੀ ਰਣਨੀਤੀ ਆ ਆਪਦੇ, ਜਿਹੜਾ ਜਿਵੇਂ ਜਿਸ ਢੰਗ ਨਾਲ ਸਾਜ਼ਿਸ਼ਾਂ ਘੜਦਾ, ਸਾਡੀਆਂ ਰਣਨੀਤੀਆਂ ਵੀ ਉਸ ਹਿਸਾਬ ਨਾਲ ਬਦਲਣਗੀਆਂ। ਤੇ ਇਹ ਤਾਂ ਇਕੱਲੇ 21 ਦੀ ਗੱਲ ਨਹੀਂ ਹੈ, ਇਹ ਤਾਂ ਜੰਗ ਦਾ ਅਸੂਲ ਆ। ਪਰ ਇਹ ਆ ਵੀ ਸਾਨੂੰ ਇਹ ਸਮਝਣਾ ਚਾਹੀਦਾ ਵੀ ਅਸੀਂ ਜੇ ਜੰਗ 'ਚ ਬੈਠੇ ਹਾਂ ਤੇ ਇਹਦੇ ਨੁਕਤੇ ਕੁਛ ਜਿਹੜੇ ਹੁੰਦੇ ਆ ਨਾ, ਅਸੀਂ ਇੱਥੇ ਇੰਜੋਏ ਕਰਨ ਨਹੀਂ ਆਏ, ਅਸੀਂ ਇੱਕ ਬਹੁਤ ਵੱਡਾ ਇਤਿਹਾਸਿਕ ਵਰਤਾਰਾ ਜਿਹੜਾ ਉਹਦੀ ਅਗਵਾਈ ਕਰ ਰਹੇ ਹਾਂ, ਉਹਦੇ 'ਚ ਸ਼ਮੂਲੀਅਤ ਦੇ ਰਹੇ ਹਾਂ ਆਪਦੀ, ਤੇ ਇਹਨੇ ਕੱਲ੍ਹ ਨੂੰ ਇਤਿਹਾਸ ਸਿਰਜਣਾ। ਇਤਿਹਾਸ ਉਦੋਂ ਹੀ ਸਿਰਜਿਆ ਜਾਊਗਾ ਜੇ ਮਾਣਮੱਤਾ ਜਿਹਨੂੰ ਅਸੀਂ ਕਹਿੰਦੇ ਹਾਂ, ਜੇ ਅਸੀਂ ਜਿੱਤ ਕੇ ਜਾਈਏ, ਨਹੀਂ ਤਾਂ ਨਿਰਾਸ਼ਾ ਵੀ ਹੋ ਸਕਦੀ ਆ। ਸੋ ਜੰਗ ਦੇ ਅਸੂਲਾਂ ਨੂੰ ਵੀ ਸਮਝੀਏ, ਇਸ ਮਾਹੌਲ ਨੂੰ ਵੀ ਸਮਝੀਏ,
ਇਸ ਜਾਬਤੇ ਨੂੰ ਵੀ ਬਣਾਈ ਰੱਖੀ ਆ, ਉਹਦਾ ਸਿਦਕ ਵੀ ਸਾਡੇ ਪਰਖੇ ਜਾਣਗੇ, ਸਾਡਾ ਸਬਰ ਵੀ ਪਰਖਿਆ ਜਾਊਗਾ। ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪਊਗਾ ਹੁਣ ਸਾਨੂੰ। ਇਸ ਅੰਦੋਲਨ ਦੇ ਜ਼ਰੀਏ ਇੱਕ ਨੌਜਵਾਨਾਂ ਦੇ ਉੱਤੇ ਤੁਹਾਡੀ ਵੱਡੀ ਜਿਹੜੀ ਛਾਪ ਰਹੀ ਹੈਗੀ ਹੈ ਔਰ ਇੱਕ ਵੱਡੇ ਨਾਮ ਦੇ ਵਜੋਂ ਵੀ ਤੁਸੀਂ ਉੱਭਰੇ, ਕਿਉਂਕਿ ਲਗਾਤਾਰ ਇਸ ਅੰਦੋਲਨ ਦੇ ਨਾਲ ਜੁੜੇ ਹੋਏ ਸੀ, ਅਗਵਾਈ ਕਰ ਰਹੇ ਸੀ ਔਰ ਨੌਜਵਾਨ ਕਿਤੇ ਨਾ ਕਿਤੇ ਬਹੁਤ ਵੱਡੀ ਮਾਤਰਾ ਦੇ ਵਿੱਚ ਤੁਹਾਡੇ ਨਾਲ ਸਹਿਮਤੀ ਵੀ ਰੱਖਦੇ ਸੀ, ਕਿਉਂਕਿ ਨੌਜਵਾਨੀ ਸੋਚ ਤੇ ਨੌਜਵਾਨ ਦੇ ਨਾਲ ਆਣ ਖੜਦੀ ਹੀ ਹੈ। ਸੋ ਕੀ ਲੱਗ ਰਿਹਾ ਹੈਗਾ ਉਸ ਨੂੰ, ਉਹ ਜਿਹੜੀ ਤੁਹਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਵੀ ਇੱਕ ਸੇਧ ਦੇ ਨਾਲ ਅੱਗੇ ਇਸੇ ਤਰ੍ਹਾਂ ਕੰਟੀਨਿਊ ਰੱਖੋਗੇ, ਕਿਉਂਕਿ ਵਿੱਚ ਤੁਸੀਂ ਦਿਖੇ ਥੋੜਾ ਜਿਹਾ ਘੱਟ ਸੀਗੇ। ਸੋ ਕੀ ਹੁਣ ਅੱਗੇ ਪੂਰੀ ਲਗਾਤਾਰਤਾ ਦੇ ਨਾਲ ਉਸ ਵੱਲ ਵਧਦੇ ਰਹੋਗੇ, ਆਪਣੇ ਆਦਰਸ਼ ਵੱਲ ਜੋ ਸੋਚਿਆ ਹੋਇਆ? ਨਹੀਂ ਜੀ, ਮੈਂ ਇੱਥੇ ਹੀ ਸੀ, ਵਿੱਚ ਘੱਟ ਨਹੀਂ ਸੀ, ਪਰ ਮੈਨੂੰ ਜਿਵੇਂ ਹੁਕਮ ਹੋਇਆ ਸੀ ਵੀ ਤੁਸੀਂ ਸਟੇਜ ਦੇ ਕੋਲੇ ਨਹੀਂ ਆਉਣਾ, ਤਾਂ ਮੈਂ ਫਿਰ ਰਾਤ ਨੂੰ ਆਇਆ, ਦਿਨ ਹੀ ਨਹੀਂ ਆਉਂਦਾ। ਸੋ ਇਸ ਖਾਤਰ ਮੈਂ ਇੱਥੇ ਹੀ ਸੀ, ਪਰ ਆਏ ਆ ਵੀ ਪਿੱਛੇ ਸੇਵਾ ਵੀ ਕਰਦੇ ਰਹਿੰਦੇ ਆ, ਮਿਲਦੇ ਵੀ ਰਹਿੰਦੇ ਆ, ਨੁੱਕੜ ਮੀਟਿੰਗਾਂ ਵੀ ਕਰਦੇ ਰਹਿੰਦੇ ਆ, ਹੈ ਨਾ। ਸੋ ਜਿਹੜੀ ਸਾਡੀ ਅਗਵਾਈ ਆ ਉਹ ਕਿਸਾਨ ਯੂਨੀਅਨ ਦੀ ਜਥੇਬੰਦੀ, ਜਿਹੜੀ ਸਾਡੀ ਲੀਡਰਸ਼ਿਪ ਆ ਉਹ ਕਰ ਰਹੀ ਆ। ਫਿਰ ਉਹ ਇੱਕ ਇਹ ਵੀ ਹੁੰਦਾ ਵੀ ਤੁਸੀਂ ਕੋਈ, ਜਦੋਂ ਅਸੀਂ ਸਾਡਾ ਮਕਸਦ ਸਾਂਝਾ, ਸਾਡਾ ਦੁਸ਼ਮਣ ਇੱਕ ਆ, ਦਿੱਲੀ ਨਾਲ ਲੜਾਈ ਲੜ ਰਹੇ ਹਾਂ, ਤਾਂ ਸਾਡਾ ਏਕਾ ਬਣਿਆ ਰਹੇ, ਹੈ ਨਾ। ਤਾਂ ਸੋ ਉਸ ਏਕੇ ਨੂੰ ਬਣਾ ਕੇ ਰੱਖਣਾ ਵੀ ਬਹੁਤ ਜ਼ਰੂਰੀ ਆ। ਏਕੇ ਦੇ ਲਈ ਕੁਝ ਜਿਹੜੀਆਂ ਉਹ ਆਪਣਾ ਪਿੱਛੇ ਹਟ ਕੇ ਵੀ ਤੁਸੀਂ ਜਿਹੜਾ ਹੈਗਾ ਅੱਜ ਸੰਘਰਸ਼ ਦੇ ਵਿੱਚ ਜਿੱਤ ਜਿਹੜੀ ਹੈ ਉਹ ਤੁਹਾਡਾ ਮਕਸਦ ਬਣ ਗਿਆ ਜੀ। ਜਿੱਤ ਹੀ ਸਾਡਾ ਮਕਸਦ ਆ, ਤੇ ਉੱਥੇ ਇਹ ਜ਼ਰੂਰੀ ਨਹੀਂ ਵੀ ਮੈਂ ਸਟੇਜ ਤੋਂ ਬੋਲਾਂ। ਪਰ ਸੋਸ਼ਲ ਮੀਡੀਆ ਤੇ ਬੜਾ ਤੁਹਾਡੇ ਲਈ ਲੜਦੇ ਨੇ ਕੁਝ ਜਿਹੜੇ ਤੁਹਾਨੂੰ ਮੁਹੱਬਤ ਸ਼ਾਇਦ ਕਰਦੇ ਨੇ, ਜਾਂ ਤੁਹਾਡੇ ਆਲੋਚਕ ਵੀ ਹੋ ਸਕਦੇ ਨੇ, ਪਰ ਤੁਹਾਡੇ ਲਈ ਲੜਦੇ ਨਜ਼ਰ ਆਉਂਦੇ ਨੇ, ਪੁੱਛਦੇ ਰਹਿੰਦੇ ਦੀਪ ਸਿੱਧੂ ਕਿੱਥੇ ਆ, ਦੀਪ ਸਿੱਧੂ ਨੂੰ ਸਾਹਮਣੇ ਨਹੀਂ ਆਉਣ ਦਿੱਤਾ। ਉਹਨਾਂ ਨੂੰ ਵੀ ਕੁਝ ਕਹਿਣਾ ਚਾਹੋਗੇ, ਕਿਉਂਕਿ ਤੁਸੀਂ ਏਕੇ ਦੇ ਲਈ ਇੱਕ ਪੈਰ ਪਿੱਛੇ ਰੱਖ ਲਿਆ, ਪਰ ਫਿਰ ਵੀ ਤੁਹਾਡਾ ਸਤਿਕਾਰ ਉਨਾ ਹੀ ਹੈ, ਪਰ ਉਹਨਾਂ ਦੇ ਮਨ 'ਚ ਕਿਤੇ ਨਾ ਕਿਤੇ ਗਿਲਾ ਰਹਿੰਦਾ ਹੈ ਤੁਹਾਡੇ ਕਰਕੇ। ਨਹੀਂ ਜੀ, ਹੁਣ ਤਾਂ ਸਾਨੂੰ ਆਪਦੀ ਜਿੱਤ ਦਿਖਣੀ ਚਾਹੀਦੀ ਆ। ਜੇ ਸਾਨੂੰ ਸਾਡੀ ਜਿੱਤ ਦਿਖ ਰਹੀ ਆ ਤੇ ਉੱਥੇ ਦੀਪ ਸਿੱਧੂ ਅੱਗੇ ਨਹੀਂ ਆਉਂਦਾ ਜਾਂ ਪਿੱਛੇ ਆ, ਤਾਂ ਇਹ ਮੈਟਰ ਨਹੀਂ ਕਰਦੀ ਗੱਲ, ਹੈ ਨਾ। ਅਸੀਂ ਇੱਥੇ ਕੁਝ ਬਣਨੀਆਂ ਅਗਵਾਹੀਆਂ ਕਰਨ ਥੋੜ੍ਹੀ ਆਏ ਆ। ਜਾਂ ਜਿੱਦਾਂ ਮੈਂ ਪਹਿਲੇ ਦਿਨ ਤੁਰਿਆ ਸੀ, ਉਦੋਂ ਵੀ ਕੁਝ ਬਣਨ ਖਾਤਰ ਥੋੜ੍ਹੀ ਤੁਰੇ ਸੀ, ਜਜ਼ਬਾਤਾਂ ਦੇ ਆਧਾਰ 'ਤੇ ਅਸੀਂ ਤਾਂ ਪੰਜਾਬ ਖਾਤਰ ਤੁਰੇ ਸੀ। ਸੋ ਹੁਣ ਸਾਡਾ ਪੰਜਾਬ ਆ ਜਿਹੜਾ, ਉਹਦੀ ਜਿੱਤ ਹੀ ਸਾਡਾ ਮਕਸਦ ਆ। ਤੇ ਉਹ ਪੰਜਾਬ ਦੀ ਜੇ ਜਿੱਤ ਹੋਊਗੀ, ਉੱਥੇ ਗਵਾਹੀ ਕੌਣ ਕਰ ਰਿਹਾ? ਇਮਟੀਰੀਅਲ ਆ ਗਵਾਹੀ ਤਾਂ ਆਪ ਅਕਾਲ ਪੁਰਖ ਵਾਹਿਗੁਰੂ ਕਰ ਰਿਹਾ, ਔਰ ਅਕਾਲ ਪੁਰਖ ਵਾਹਿਗੁਰੂ ਨੇ ਜਿਹਨੂੰ ਜਿੰਨਾ ਕ੍ਰੈਡਿਟ ਦੇਣਾ ਹੋ ਉਹ ਦੇ ਦੂਗਾ। ਇੱਥੇ ਕ੍ਰੈਡਿਟ ਵਾਰ ਨਹੀਂ ਹੋ ਰਹੀ। ਸੋ ਇਸ ਖਾਤਰ ਅਸੀਂ, ਪਰ ਇਹ ਜ਼ਰੂਰ ਆ, ਸਾਨੂੰ ਇੱਕ ਟੀਮ ਵਰਕ ਤਾਂ ਕਰਨਾ ਚਾਹੀਦਾ, ਹੈ ਨਾ। ਟੀਮ ਵਰਕ ਜੇ ਕਰਾਂਗੇ ਉਹਦੇ 'ਚ ਕੀ ਹੋਊਗਾ, ਉਹ ਬ੍ਰੇਨਸਟੋਰਮਿੰਗ ਜਦੋਂ ਕਰਾਂਗੇ ਨਾ, ਬੜੇ ਬਾਕਮਾਲ ਆਈਡੀਆਜ਼ ਆਉਣਗੇ। ਸਾਨੂੰ ਇਨਫੈਕਟ ਸਾਡੇ ਲੋਕਾਂ ਤੋਂ ਵੀ ਕੰਟਰੀਬਿਊਸ਼ਨ ਲੈਣੀ ਚਾਹੀਦੀ ਆ, ਹੈ ਨਾ। ਉਹਨਾਂ ਨਾਲ ਵੀ ਨੁੱਕੜ ਮੀਟਿੰਗਾਂ ਕਰਨੀਆਂ ਚਾਹੀਦੀਆਂ। ਇਸੇ ਤਰ੍ਹਾਂ ਸਾਡਾ ਜਿਹੜਾ ਬਾਹਰ ਡਾਇਸਪੋਰਾ ਬੈਠਾ, ਜਾਂ ਹੈ ਨਾ, ਜਾਂ ਜਿਨ੍ਹਾਂ ਨੇ ਬਾਹਰ ਰੈਲੀਆਂ ਕੀਤੀਆਂ, ਉਹਨਾਂ ਤੋਂ ਵੀ ਸਾਨੂੰ ਆਈਡੀਆਜ਼ ਲੈਣੇ ਚਾਹੀਦੇ ਆ, ਕਿਉਂਕਿ ਆਈਡੀਏ ਨੇ ਜਿੱਤਣਾ। ਹੁਣ ਤਾਂ ਆਈਡੀਓਲੋਜੀਜ਼ ਦੀ ਲੜਾਈ ਹੋ ਚੁੱਕੀ ਆ, ਉੱਥੇ ਆਈਡੀਏ ਨੇ ਜਿੱਤਣਾ। ਤੇ ਜੇ ਸਾਨੂੰ ਐਡੀ ਵੱਡੀ ਜਿਹੜੀ ਸਾਡੀ ਤੁਸੀਂ ਕਹਿ ਲਓ ਦਾਇਰਾ ਅਸੀਂ ਆਪਦਾ ਵੱਡਾ ਕਰਦੇ ਹਾਂ, ਤੇ ਉੱਥੇ ਇੰਨੀ ਜ਼ਿਆਦਾ ਲੋਕਾਂ ਦੀ ਸ਼ਮੂਲੀਅਤ ਮਿਲਦੀ ਆ, ਤੇ ਬੜੇ ਇੰਟੈਲੈਕਚੁਅਲ ਮਾਈਂਡਸ ਦੀ ਸ਼ਮੂਲੀਅਤ ਮਿਲਦੀ ਆ, ਤੇ ਉਹ ਸਾਨੂੰ ਕਿਤੇ ਨਾ ਕਿਤੇ ਬਹੁਤ ਵੱਡੀ ਸਾਡੀ ਸਟਰੈਂਥ ਬਣੂਗੀ ਇਹ ਗੱਲ। 4 ਤਰੀਕ ਨੂੰ ਜਿਹੜੀ ਹੁਣ 21 ਦੇ ਵਿੱਚ ਜਿਹੜੀ ਮੀਟਿੰਗ ਹੋਏਗੀ, ਪਹਿਲਾਂ ਵਾਲੀਆਂ ਮੀਟਿੰਗਸ ਜਿਹੜੀਆਂ ਸੀਗੀਆਂ 5 ਮੰਗਾਂ ਸੀਗੀਆਂ, 2 ਤਾਂ ਪੂਰੀ ਤਰ੍ਹਾਂ ਮੰਨ ਚੁੱਕੇ ਨੇ, ਔਰ ਬਾਕੀ ਦੇ 3 ਬਿੱਲ ਜਿਹੜੇ ਨੇ ਖੇਤੀ ਆਰਡੀਨੈਂਸ ਨੇ, ਉਹਨਾਂ ਦੇ ਵਿੱਚ ਵੀ ਸੁਧਾਰਾਂ ਦੀ ਗੱਲ ਕੀਤੀ ਜਾ ਰਹੀ ਹੈਗੀ। ਕੀ ਲੱਗ ਰਿਹਾ ਨਵੇਂ ਸਾਲ ਦੇ ਵਿੱਚ ਕੁਝ ਨਵੇਂ ਤਰੀਕੇ ਦੇ ਨਾਲ ਆਪਣੀਆਂ ਮੰਗਾਂ ਰੱਖੀਏ, ਜਾਂ ਉਸੇ ਤਰੀਕੇ ਦੇ ਨਾਲ ਹੀ ਸਰਕਾਰ ਨੂੰ ਮੰਨਣਾ ਪਵੇਗਾ? ਨਹੀਂ ਜੀ, ਐਂ ਨਹੀਂ ਹੁੰਦਾ। ਦੇਖੋ, ਉਹੀ ਗੱਲ ਆ ਵੀ ਟੇਬਲ 'ਤੇ ਜਦੋਂ ਬਹਿੰਦੇ ਆ ਨਾ, ਇੱਕ ਪੋਲੀਟੀਕਲ ਡਿਪਲੋਮੈਸੀ 'ਚ ਬਹਿੰਦੇ ਆ, ਤਾਂ ਉਹ ਆਪਦੀ ਗੱਲ ਮਨਾਉਣ ਖਾਤਰ ਆਉਂਦੇ ਆ, ਅਸੀਂ ਆਪਦੀ ਗੱਲ ਮਨਾਉਣ ਖਾਤਰ ਜਾਂਦੇ ਆ, ਹੈ ਨਾ। ਉੱਥੇ ਹੁਣ ਕੌਣ ਜ਼ਿਆਦਾ ਸਟਰੋਂਗ ਨੈਗੋਸ਼ੀਏਟ ਕਰਦਾ, ਕਿਹੜਾ ਸਟਰੋਂਗ ਨੈਗੋਸ਼ੀਏਟਰ ਆ, ਹੈ ਨਾ, ਕਿਹਦੇ ਡਾਇਲੌਗ 'ਚ ਜ਼ਿਆਦਾ ਦਮ ਹੁੰਦਾ, ਜਾਂ ਲੋਕ ਉਹਦੇ ਨਾਲ ਰਿਲੇਟ ਕਰਦੇ ਆ, ਕਿਹੜਾ ਆਪਦਾ ਨੈਰੇਟਿਵ ਨੂੰ ਸਹੀ ਤਰ੍ਹਾਂ ਪ੍ਰੈਜ਼ੈਂਟ ਕਰਦਾ, ਇਹ ਧਿਰ ਜਿੱਤ ਜਾਂਦੀ ਹੁੰਦੀ ਆ, ਹੈ ਨਾ। ਸੋ ਅਸੀਂ ਹੁਣ ਇੱਥੋਂ ਜਿੱਤ ਕੇ ਜਾਣਾ। ਜਦੋਂ ਜਿੱਤ ਕੇ ਜਾਣਾ, ਸਾਡੀ ਤਿਆਰੀ ਉੱਥੇ ਪੂਰੀ ਹੋਣੀ ਚਾਹੀਦੀ ਹੈ। ਸਾਡੇ ਜਿਹੜੇ ਲੀਗਲ ਐਕਸਪਰਟਸ ਆ ਉਹਨਾਂ ਨੂੰ ਵੀ ਇਨਵੋਲਵ ਕਰੀਏ, ਸਾਡੇ ਜਿਹੜੇ ਐਗਰੋ ਐਕਸਪਰਟਸ ਆ ਉਹਨਾਂ ਨੂੰ ਵੀ ਇਨਵੋਲਵ ਕਰੀਏ, ਹੈ ਨਾ, ਅਤੇ ਇੰਟੈਲੈਕਚੁਅਲ ਮਾਈਂਡਸ ਨੂੰ ਵੀ ਇਨਵੋਲਵ ਕਰੀਏ। ਉਹੀ ਟੀਮ ਵਰਕ ਹੁੰਦਾ। ਫਿਰ ਸਾਡੇ ਜਿਹੜੀ ਜਥੇਬੰਦੀ ਦੀ ਅਗਵਾਈ ਆ ਜਾਂ ਲੀਡਰਸ਼ਿਪ ਆ, ਉਹ ਉੱਥੇ ਜਾ ਕੇ ਅਗਵਾਈ ਕਰੇ। ਸੋ ਪਿੱਛੇ ਜਿਹੜਾ ਇੱਕ ਹੋਮਵਰਕ ਹੈ ਨਾ, ਉਹ ਬਹੁਤ ਇੰਪੋਰਟੈਂਟ ਆ, ਹੈ ਨਾ। 2021 ਦੇ ਵਿੱਚ ਪੰਜਾਬੀਆਂ ਦੇ ਨਾਮ ਤੇ ਦੀਪ ਸਿੱਧੂ ਹੋਰਾਂ ਦਾ ਕੀ ਪੈਗਾਮ ਹੈ?
ਨਹੀਂ, ਮੇਰਾ ਪੈਗਾਮ ਮੈਂ ਤਾਂ ਜੀ ਇਹੀ ਕਹਿਣਾ ਵੀ ਸਾਨੂੰ ਸਿਖਾਇਆ ਹੀ ਸਰਬੱਤ ਦਾ ਭਲਾ ਗਿਆ, ਸਾਨੂੰ ਸਿਖਾਇਆ ਗਿਆ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਣ ਬੋ, ਹੈ ਨਾ। ਸਾਨੂੰ ਸਬਰ ਤੇ ਸੰਤੋਖ ਦਿੱਤਾ ਗੁਰੂ ਸਾਹਿਬਾਨਾਂ ਨੇ। ਸਾਨੂੰ ਗੁਰੂ ਨਾਨਕ ਸਾਹਿਬ ਤੋਂ ਲੈ ਲਓ 10ਵੇਂ ਪਾਤਸ਼ਾਹ ਤੱਕ ਇੱਕ ਜੋਤ, ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ। ਸਾਡਾ ਜਿਹੜਾ ਜੇ ਜਿੱਤ ਵੀ ਆ ਨਾ ਸਾਡੀ, ਉਹ ਉਹਨਾਂ ਗੁਰੂ ਕੋਲੇ ਹੀ ਪਈ ਆ। ਤੇ ਅਸੀਂ ਅਰਦਾਸ ਕਰੀਏ ਵੀ ਗੁਰੂ ਸਾਨੂੰ ਜਿੱਤ ਬਖਸ਼ੇ। ਜਦੋਂ ਤੱਕ ਅਸੀਂ ਆਪਦੇ ਆਪ ਨੂੰ ਪਿਓਰ ਨਹੀਂ ਰੱਖਾਂਗੇ, ਜਦੋਂ ਤੱਕ ਇਮਾਨਦਾਰੀ ਨਾਲ ਸੰਘਰਸ਼ ਨਹੀਂ ਲੜਾਂਗੇ, ਜਦੋਂ ਤੱਕ ਅਸੀਂ ਪਰਸਨਲ ਆਪਦੀਆਂ ਅਗੇਂਸਟ ਪਾਵਾਂਗੇ ਜਾਂ ਆਪਦੇ ਆਪ ਨੂੰ ਵੱਡੇ ਕਰਨ ਖਾਤਰ ਲੱਗ ਜਾਵਾਂਗੇ, ਉਦੋਂ ਤੱਕ ਜਿੱਤ ਨਹੀਂ ਬਖਸ਼ਣੀ ਉਹਨੇ। ਜਿੱਤ ਉਦੋਂ ਹੀ ਬਖਸ਼ੂਗਾ ਜਿੱਦੇ ਅਸੀਂ ਇਹਨਾਂ ਸਾਰੇ ਬੈਰੀਕੇਡਸ ਨੂੰ ਤੋੜਤਾ। ਆਹ ਬੈਰੀਕੇਡ ਤਾਂ ਤੋੜੇ ਹੀ ਤੋੜੇ ਆ, ਦੂਜੇ ਬੈਰੀਕੇਡ ਵੀ ਤੋੜਨੇ ਪੈਣੇ ਆ, ਫਿਰ ਸਾਡੀ ਜਿੱਤ ਪੱਕੀ ਹੈ ਜੀ। ਹਾਂ ਬਿਲਕੁਲ। ਸੋ 2021 ਦੇ ਵਿੱਚ ਵੀ ਇੱਕ ਹੀ ਮਨ ਦੇ ਵਿੱਚ ਹੈ ਕਿ ਜਿੱਤ ਕੇ ਜਿਹੜਾ ਹੈਗਾ ਉਹ ਇੱਥੋਂ ਜਾਣਾ ਹੈ, ਔਰ ਇੱਥੇ ਜਿਹੜੀ ਚੜ੍ਹਦੀ ਕਲਾ ਉਹਦੇ ਵਿੱਚ ਵੀ ਇਹ ਹੈ ਕਿ ਹਰ ਕੋਈ ਇੱਕ ਹੀ ਗੱਲ ਦੇ ਉੱਤੇ ਅੜਿਆ ਹੋਇਆ ਹੈ ਕਿ ਹਾਂ ਸਰਕਾਰ ਨੂੰ ਮੰਨ ਲੈਣਾ ਚਾਹੀਦਾ ਹੈ ਤੇ ਅਸੀਂ ਇੱਥੋਂ ਜਿੱਤ ਕੇ ਜਾਈਏ। ਸੋ ਹਰ ਇੱਕ ਦਾ ਮਕਸਦ ਜਿਹੜਾ ਉਹ ਇੱਕ ਹੀ ਨਜ਼ਰ ਆਉਂਦਾ ਹੈ, ਪਰ ਤਾਲਮੇਲ ਕਿਤੇ ਨਾ ਕਿਤੇ ਲੱਗਦਾ ਕਿ ਵਿੱਚ ਟੁੱਟਦਾ ਰਹਿੰਦਾ। ਤਾਲਮੇਲ ਕਈ ਵਾਰੀ ਇੰਨੀ ਛੇਤੀ ਨਹੀਂ ਬਣਦਾ ਹੁੰਦਾ, ਹੈ ਨਾ, ਕਿਉਂਕਿ ਸਮਝ ਇੱਕ ਦੂਜੇ ਦੀ ਬਣਦਿਆਂ ਹੀ ਬਣਦੀ ਆ। ਸੋ ਉਹ ਬਣ ਜੂਗਾ, ਪਰ ਇਹ ਜ਼ਰੂਰ ਤਾਂ ਨਹੀਂ ਦੀਪ ਜ਼ਿਆਦਾ ਡੂੰਘੀਆਂ ਗੱਲਾਂ ਕਰਦਾ ਤੇ ਕਈ ਵਾਰ ਸਮਝ ਹੀ ਨਹੀਂ ਆਉਂਦੀ। ਨਹੀਂ, ਹੁਣ ਇਹ ਤਾਂ ਹੁਣ ਸਾਰੇ ਤੁਸੀਂ ਡਿਸਾਈਡ ਕਰਨਾ ਜੀ। ਮੈਂ ਤਾਂ ਜਿਹੜੀਆਂ ਗੱਲਾਂ ਕਰਦਾ, ਮੈਂ ਇਹ ਜ਼ਰੂਰ ਦੇਖਦਾ ਵੀ ਮੈਂ ਜਿਹੜੇ ਇਵੈਂਟਸ ਨੂੰ ਡੀਕੋਡੀਫਾਈ ਕਰਦਾ, ਉਹਦਾ ਮੇਰਾ ਢੰਗ ਵੱਖਰਾ ਹੋ ਸਕਦਾ, ਕਿਉਂਕਿ ਮੈਂ ਜਿਸ ਢੰਗ ਨਾਲ ਪੜ੍ਹਿਆ ਜਾਂ ਜੋ ਸਿਸਟਮਸ ਨੂੰ ਸਮਝਦਾ, ਹੈ ਨਾ, ਡਿਫਰੈਂਟ ਸਿਸਟਮ ਨੂੰ, ਇੰਡੀਅਨ ਪੋਲੀਟੀਕਲ ਸਿਸਟਮ, ਅਮਰੀਕਨ ਪੋਲੀਟੀਕਲ ਸਿਸਟਮ, ਬ੍ਰਿਟਿਸ਼ ਪੋਲੀਟੀਕਲ ਸਿਸਟਮ, ਮੈਂ ਇਹਨਾਂ ਨੂੰ ਥੋੜ੍ਹਾ ਬਹੁਤ ਪੜ੍ਹਿਆ ਹੋਇਆ, ਜਾਣਿਆ ਹੋਇਆ। ਸੋ ਸਰਕਾਰਾਂ ਕੰਮ ਕਿਵੇਂ ਕਰਦੀਆਂ, ਉਹਨਾਂ ਦੀਆਂ ਪੋਲਿਸੀਜ਼ ਕੀ ਹੁੰਦੀਆਂ, ਕਾਰਪੋਰੇਟ ਪੋਲਿਸੀਜ਼ ਕੀ ਹੁੰਦੀਆਂ, ਕੈਪੀਟਲਿਜ਼ਮ ਕੀ ਹੁੰਦਾ, ਇੰਪੀਰੀਅਲਿਜ਼ਮ ਕੀ ਹੁੰਦਾ, ਸੋਸ਼ਲਿਜ਼ਮ, ਕਮਿਊਨਿਜ਼ਮ ਕੀ ਆ, ਥੋੜ੍ਹਾ ਬਹੁਤ ਇਹਨਾਂ ਬਾਰੇ ਜਾਣਦਾ। ਸੋ ਵਾਟ ਹੈਪਨਸ ਸਮਟਾਈਮਸ, ਇਹ ਗੱਲਾਂ ਕਈ ਵਾਰੀ ਇੰਪੋਰਟੈਂਟ ਲੱਗਦੀਆਂ, ਕਈ ਵਾਰੀ ਨਹੀਂ ਲੱਗਦੀਆਂ, ਪਰ ਇਹੀ ਹੈ ਜਦੋਂ ਟੀਮ ਵਰਕ ਕਰਦੇ ਆ ਤਾਂ ਇੱਕ ਉਹ ਬ੍ਰੇਨਸਟੋਰਮ ਕਰਕੇ ਇੱਕ ਕਮਾਲ ਦਾ ਆਈਡੀਆ ਫਿਰ ਸਾਹਮਣੇ ਆ ਜਾਂਦਾ, ਉਹ ਬਹੁਤ ਜ਼ਰੂਰੀ ਆ। ਬਿਲਕੁਲ ਲੋਕਤੰਤਰ ਦਾ ਥੰਮ ਨੇ ਇਹ ਸਾਰੇ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਨੇ। ਸੋ ਦੀਪ ਸਿੱਧੂ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਸਨ। ਸੋ ਉਹਨਾਂ ਨੇ ਵੀ ਇਹੀ ਕਿਹਾ ਕਿ ਗੱਲਬਾਤ ਕਹਿਣ ਦਾ ਤਰੀਕਾ ਚਾਹੇ ਕੁਝ ਵੀ ਹੋਵੇ, ਪਰ ਮਕਸਦ ਤੇ ਉਦੇਸ਼ ਜਿਹੜਾ ਹੁੰਦਾ ਉਹ ਪਿੱਛੇ ਜਿੱਤ ਹੁੰਦਾ। ਸੋ ਲਗਾਤਾਰ ਨਵੇਂ ਸਾਲ ਦੀਆਂ ਅੱਜ ਖੁਸ਼ੀਆਂ, ਇਸ ਤੋਂ ਪਹਿਲਾਂ ਸ਼ਹੀਦੀ ਪੁਰਬ ਗੁਰੂ ਤੇਗ ਬਹਾਦਰ ਜੀ ਦਾ, ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ, ਸ਼ਹੀਦੀ ਸਭਾ ਹੋਵੇ ਜਾਂ ਕੋਈ ਵੀ ਤਿਉਹਾਰ ਹੋਵੇ, ਲਗਾਤਾਰ ਕਿਸਾਨੀ ਸੰਘਰਸ਼ ਦੇ ਲਈ ਪੰਜਾਬੀ ਤਿਆਗ ਰਹੇ ਨੇ, ਆਪਣੇ ਤਿਉਹਾਰ ਇੱਥੇ ਮਨਾ ਰਹੇ ਹੈਗੇ ਨੇ। ਜੋ ਇਹਨਾਂ ਖੁਸ਼ੀਆਂ ਦੀਆਂ ਕੁਰਬਾਨੀਆਂ ਇੱਥੇ ਦਿੱਤੀਆਂ ਜਾ ਰਹੀਆਂ ਨੇ ਤਾਂ ਕਿ ਕੱਲ੍ਹ ਨੂੰ ਇਹਨਾਂ ਖੇਤੀ ਆਰਡੀਨੈਂਸ ਨੂੰ ਜਦੋਂ ਸਰਕਾਰ ਵਾਪਸ ਲੈ ਲਵੇ ਤਾਂ ਉਸ ਜਿੱਤ ਨੂੰ ਵੱਡੇ ਸਮਾਰੋਹ ਦੇ ਰੂਪ ਦੇ ਵਿੱਚ, ਵੱਡੇ ਤਿਉਹਾਰ ਦੇ ਰੂਪ ਦੇ ਵਿੱਚ ਮਨਾਇਆ ਜਾ ਸਕੇ।